चंडीगढ़ पुलिस के ऑफिसर ने वो एक बैनर लैके खड़े ने जिस उपर लिखा गया कि धारा 144 लगी हुई है, तुसीं इत्थों वापस चले जाओ। 5 मिनट के विच तुसीं ये प्रोटेस्ट नूं हटा दो, नहीं तो तुहाडे उत्ते बल का प्रयोग किया जाऊगा। देखो ये साडा की कसूर है, जे कांग्रेसी आपो धाप पई इन्हों लड़ी जाते हैं, ये साडा की ये दुख है इन्हों कि कैबिनेट बिठाउण पंजाब के मसले, पंजाब के अध्यापकों के मसले तुसीं हल क्यों नहीं करते? कैबिनेट बिठाओ, तुहाडी आपसी रंजिश चलदी तो चलदी जाए। जो असीं अपना वादा किया सी असीं वादे तो नहीं भजदे, जिन्होंने कहा सी इत्थे आवांगे असीं पहुँच गए हैं। तो रही गल इन्हों के वाटर कैनन की आंसू गोले गाले जिहड़े सिੱਟਦੇ आ वो अपनी तैयारी करके रखण, असीं त्यार बर त्यार। ये दफा 144 ला लैण, 302 ला लैण, साडे ते परचे कर लैण, जो 307 का कर लैण। जे साडे ते तशद्दद ये करते आ ते इन्हां ते बनदे परचे बनते आ, जे साडे ते परचे होणगे ते बराबर ते इन्हां दे भी करावांगे। और रही गल इन्हां नाल लड़न भिड़न दी, एक पहली बार नहीं हो चलिया, इन्हां नूं असीं तोड़ मरोड़ के सिੱਟ के पासे असीं 43 ਦੀਆਂ ਲਾਈਟਾਂ तक पिछली बार पहुँचे हैं। तो ਉਹੀ प्रोटेस्ट ਅਸੀਂ इस बार करना। पिछली बार थोड़ी तैयारी सानू गोलियां गालियां बारे घੱਟ पता सी, ਹੁਣ ਸਾਡੀ फुल तैयारी, ਅੱਜ देखते की बनदा। दफा 144 ਲੱਗੀ ਰਵੇ ਜੀ, ਜਿਹੜੀਆਂ ਮਰਜ਼ੀ ਦਫਾਵਾਂ ਲਾਉਣ। ਅਸੀਂ ਤਾਂ ਇਹਨਾਂ ਨੂੰ ਇਹ ਕਿਹਾ ਸੀ ਤੁਸੀਂ ਦਫਾ ਦੀ ਗੱਲ ਕਰਦੇ ਹੋ, ਗੋਲੀਆਂ ਚਲਾਓ। ਜੇ ਸਾਡੇ ਤੋਂ ਖੜਾ ਛਡਾਉਣਾ ਤਾਂ ਗੋਲੀਆਂ ਚਲਾ ਕੇ ਸਾਡਾ ਖਾਤਮਾ ਕਰੋ, ਉਦੋਂ ਬਾਅਦ ਹੀ ਤੁਹਾਡਾ ਅਸੀਂ ਖੜਾ ਛੱਡਣਾ। ਕੱਚੇ ਅਧਿਆਪਕਾਂ ਨੇ ਅਸੀਂ ਪੱਕੇ ਹੋ ਕੇ ਧਰਨਾ ਕੰਟੀਨਿਊ ਜਾਰੀ ਰਹੂਗਾ। ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਊਗਾ। ਇਹਨਾਂ ਦੇ ਕੋਈ ਵੀ ਪ੍ਰੋਗਰਾਮ ਹੋਣਗੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ, ਤੇ ਉਹਨਾਂ ਨੂੰ ਸਟੇਜਾਂ ਤੇ ਬੋਲਣ ਨਹੀਂ ਦਿੱਤਾ ਜਾਊਗਾ ਜਿੰਨਾ ਸਮਾਂ ਕੱਚੇ ਅਧਿਆਪਕਾਂ ਦਾ ਹੱਲ ਪੱਕਾ ਨਹੀਂ ਕਰਦੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਕੱਚੇ ਅਧਿਆਪਕਾਂ ਨੂੰ ਮੁਹਾਲੀ ਦੇ ਵਿੱਚ ਧਰਨੇ ਤੇ ਲਗਭਗ 35 ਦਿਨ ਹੋ ਚੁੱਕੇ ਨੇ, ਔਰ ਹੁਣ ਅੱਜ ਦੁਬਾਰਾ ਫਿਰ ਅਧਿਆਪਕ ਜੋ ਕੱਚੇ ਅਧਿਆਪਕ ਨੇ ਚੰਡੀਗੜ੍ਹ ਵੱਲ ਕੂਚ ਕਰਨ ਦੀ ਸੋਚ ਰਹੇ ਨੇ, ਕਿਉਂਕਿ 7 ਜੁਲਾਈ ਨੂੰ ਜੋ ਮੀਟਿੰਗ ਹੋਈ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਕੈਬਨਿਟ ਜਦੋਂ ਬੈਠੇਗੀ ਜਾਂ ਜਦੋਂ ਕੈਬਨਿਟ ਸ਼ੁਰੂ ਹੋਏਗੀ ਤਾਂ ਉਸ ਵਿੱਚ ਤੁਹਾਡਾ ਹੱਲ ਕਰ ਦਿੱਤਾ ਜਾਊਗਾ। 7 ਜੁਲਾਈ ਤੋਂ ਬਾਅਦ ਕੋਈ ਵੀ ਗੱਲਬਾਤ ਨਹੀਂ ਹੋਈ ਤਾਂ ਆਪਾਂ ਕੋਸ਼ਿਸ਼ ਵੀ ਕਰਾਂਗੇ ਗੱਲਬਾਤ ਕਰਨ ਦੀ। ਤੇ ਦੂਸਰੇ ਪਾਸੇ ਚੰਡੀਗੜ੍ਹ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਚੰਡੀਗੜ੍ਹ ਵਿੱਚ ਧਾਰਾ 144 ਲੱਗੀ ਹੋਈ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਕਿ 2 ਪੁਲਿਸ ਵਾਲੇ ਜੋ ਕਿ ਚੰਡੀਗੜ੍ਹ ਪੁਲਿਸ ਦੇ ਆਫੀਸਰ ਨੇ ਉਹ ਇੱਕ ਬੈਨਰ ਲੈ ਕੇ ਖੜੇ ਨੇ ਜਿਸ ਉੱਪਰ ਲਿਖਿਆ ਗਿਆ ਕਿ ਧਾਰਾ 144 ਲੱਗੀ ਹੋਈ ਹੈ, ਤੁਸੀਂ ਇੱਥੋਂ ਵਾਪਸ ਚਲੇ ਜਾਓ। 5 ਮਿੰਟ ਦੇ ਵਿੱਚ ਤੁਸੀਂ ਇਹ ਪ੍ਰੋਟੈਸਟ ਨੂੰ ਹਟਾ ਦਿਓ, ਨਹੀਂ ਤਾਂ ਤੁਹਾਡੇ ਉੱਤੇ ਬਲ ਦਾ ਪ੍ਰਯੋਗ ਕੀਤਾ ਜਾਊਗਾ। ਇਹ ਚੰਡੀਗੜ੍ਹ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਧਾਰਾ 144 ਲੱਗੀ ਹੋਈ ਹੈ। ਤਾਂ ਦੂਸਰੇ ਪਾਸੇ ਕੱਚੇ ਅਧਿਆਪਕ ਨੇ, ਤਾਂ ਇੱਕ ਪਾਸੇ ਚੰਡੀਗੜ੍ਹ ਜਾਣ ਵਾਸਤੇ ਅਧਿਆਪਕ ਜੋ ਨੇ ਉਹ ਬੈਠੇ ਨੇ ਸੜਕ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਦੂਸਰੇ ਪਾਸੇ ਬੈਰੀਕੇਡਿੰਗ ਕੀਤੀ ਹੋਈ ਹੈ ਕਿ ਕੋਈ ਵੀ ਵਿਅਕਤੀ ਉਸ ਪਾਰ ਨਾ ਲੰਘ ਸਕੇ। ਪਹਿਲਾਂ ਵੀ 2 ਵਾਰੀ ਅਧਿਆਪਕ ਜੋ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਤੇ ਇੱਕ ਵਾਰੀ ਪਾਰ ਲੰਘ ਗਏ ਸੀ, ਚੰਡੀਗੜ੍ਹ ਵਿੱਚ ਐਂਟਰ ਕਰ ਗਏ ਸੀ। ਦੂਸਰੀ ਵਾਰ ਉਹਨਾਂ ਨੂੰ ਚੰਡੀਗੜ੍ਹ ਵਿੱਚ ਐਂਟਰ ਕਰਨ ਨਹੀਂ ਦਿੱਤਾ ਗਿਆ। ਤਾਂ ਅੱਜ ਫਿਰ ਦੁਬਾਰਾ ਜੋ ਅਧਿਆਪਕ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਜੋ ਨੇ ਉਹ ਨਹੀਂ ਮੰਨੀਆਂ ਗਈਆਂ। ਮੀਟਿੰਗਾਂ ਹੋਈਆਂ ਨੇ ਪਰ ਮੀਟਿੰਗਾਂ ਦੇ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ। 7 ਜੁਲਾਈ ਨੂੰ ਅਖੀਰਲੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਅੱਜ ਦੁਬਾਰਾ ਫਿਰ ਇਹਨਾਂ ਨੇ ਕੋਈ ਸਿੱਟਾ ਨਾ ਨਿਕਲਿਆ, ਇਸ ਕਰਕੇ ਚੰਡੀਗੜ੍ਹ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਧਾਰਾ 144 ਲੱਗ ਗਈ ਹੈ ਵੀ ਕੋਈ ਵੀ ਵਿਅਕਤੀ ਹੋਣ ਜਾਂ ਕੋਈ ਵੀ ਜਥੇਬੰਦੀ ਜੋ ਹੈ ਉਹ ਚੰਡੀਗੜ੍ਹ ਦੇ ਵਿੱਚ ਧਰਨੇ ਨਹੀਂ ਲਗਾ ਸਕਦੀ ਤੇ ਕੋਈ ਪ੍ਰੋਟੈਸਟ ਨਹੀਂ ਕਰ ਸਕਦੀ। 144 ਧਾਰਾ ਲੱਗੀ ਹੋਈ ਤੇ ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਅਧਿਆਪਕਾਂ ਨਾਲ ਗੱਲਬਾਤ ਕਰਨ ਦੀ। ਹੁਣ ਅੱਗੇ ਜੇ ਇਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕੀ ਹੋਊਗਾ, ਕਿਉਂਕਿ 5 ਮਹੀਨੇ ਬਾਅਦ ਪੰਜਾਬ ਦੇ ਵਿੱਚ ਚੋਣਾਂ ਨੇ। ਚੋਣਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਹੁਣ ਜੋ ਸਿਆਸਤ ਉਹ ਵੀ ਪੱਕੀ ਹੋਈ ਹੈ, ਪਰ ਕੀ ਇਹਨਾਂ ਦਾ ਕੋਈ ਹੱਲ ਹੋ ਜਾਊਗਾ? ਇਹਨਾਂ ਅਧਿਆਪਕਾਂ ਦਾ, ਕੱਚੇ ਅਧਿਆਪਕਾਂ ਦਾ ਕੋਈ ਹੱਲ ਹੋਊਗਾ? ਆਪਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਹੁਣ ਕੀ ਚਾਹੁੰਦੇ ਨੇ ਅੱਗੇ। ਸਾਡੇ ਨਾਲ ਕੱਚੇ ਅਧਿਆਪਕਾਂ 'ਚ ਇੱਕ ਅਧਿਆਪਕ ਸਾਡੇ ਨਾਲ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਧਾਰਾ 144 ਲੱਗੀ ਹੋਈ ਹੈ, ਹੁਣ ਅੱਗੇ ਕੀ ਪਲਾਨ ਹੈ? ਭਾਜੀ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੀਜੀ ਵਾਰ ਸ਼ਾਇਦ ਤੁਸੀਂ ਕੂਚ ਕਰਨ ਜਾ ਰਹੇ ਹੋ। ਤੀਜੀ ਵਾਰ ਜੀ, ਬਿਲਕੁਲ ਤੀਜੀ ਵਾਰ ਹੈ ਜੀ। ਪਹਿਲੀ ਇੱਕ ਵਾਰੀ ਐਂਟਰ ਕਰ ਗਈ ਸੀ, ਦੂਸਰੀ ਵਾਰ ਰੋਕਿਆ ਗਿਆ, ਲਾਠੀ ਚਾਰਜ ਹੋਈ, ਅੱਜ ਤੀਜੀ ਵਾਰ ਪ੍ਰਯਾਸ ਕਰ ਰਹੇ ਹੋ। ਹੁਣ ਜਾਣ ਦਾ ਕੀ ਕਾਰਨ ਹੈ? 7 ਜੁਲਾਈ ਨੂੰ ਜੋ ਮੀਟਿੰਗ ਹੋਈ ਸੀ ਕੋਈ ਸਿੱਟਾ ਨਿਕਲਿਆ ਸੀ, ਕੀ ਗੱਲਬਾਤ ਹੋਈ ਸੀ? ਪਹਿਲੀ ਵਾਰ ਅਸੀਂ ਐਂਟਰੀ ਕੀਤੀ ਸੀ ਨਾ, ਲਾਰਾ ਲਾਇਆ ਸੀਗਾ ਕਿ ਤੁਹਾਡੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਅਸੀਂ ਹੱਲ ਕਰਾਂਗੇ। ਉਸ ਤੋਂ ਬਾਅਦ ਲਾਰੇ ਤੋਂ ਮੁੱਕਰ ਗਏ, ਫਿਰ ਅਸੀਂ ਚੰਡੀਗੜ੍ਹ ਐਂਟਰੀ ਵੀ ਕੀਤੀ ਆ। 43 ਦੀਆਂ ਲਾਈਟਾਂ ਤੱਕ ਅਸੀਂ ਪਹੁੰਚੇ ਸੀ, ਆ ਬੈਰੀਕੇਡ ਚੱਕਦੇ ਸੀ
ਸੀ ਸਾਰੇ। ਉਸ ਤੋਂ ਬਾਅਦ ਜਿਹੜੀ ਸਾਡੀ 6 ਦਾ ਪ੍ਰੋਗਰਾਮ ਸੀਗਾ ਉਹਦੇ 'ਚ ਇਹਨਾਂ ਨੇ ਚੰਗੇ ਗੋਲੇ ਗਾਲੇ ਸੁੱਟੇ ਸਾਡੇ ਤੇ, ਫੁੱਲ ਤਸ਼ੱਦਦ ਕੀਤਾ ਇਹਨਾਂ ਨੇ ਜਿਹੜੀ ਚੰਡੀਗੜ੍ਹ ਪੁਲਿਸ ਆ। ਉਸ ਤੋਂ ਬਾਅਦ ਫਿਰ ਮੀਟਿੰਗ ਮਿਲੀ, ਮੀਟਿੰਗ ਦੇ ਵਿੱਚ ਫਿਰ ਕੋਈ ਹੱਲ ਨਹੀਂ, ਫਿਰ ਮਿੱਠੀ ਗੋਲੀ ਆ। ਅੱਜ ਦੀ ਡੇਟ ਇਹਨਾਂ ਨੂੰ ਦਿੱਤੀ ਸੀ, ਪਿਛਲੇ ਬੁੱਧਵਾਰ ਇਹਨਾਂ ਨੇ ਕਿਹਾ ਸੀ ਕੈਬਨਿਟ ਕਰਵਾਵਾਂਗੇ, ਤੁਹਾਡਾ ਪ੍ਰਪੋਜ਼ਲ ਲੈ ਕੇ ਜਾਵਾਂਗੇ, ਹੱਲ ਹੋਏਗਾ। ਕੈਬਨਿਟ ਨਹੀਂ ਹੋਈ। ਅੱਜ ਫਿਰ ਬੁੱਧਵਾਰ ਇਹਨਾਂ ਨੇ ਕਿਹਾ ਸੀ ਅੱਜ ਕੈਬਨਿਟ ਹੋਏਗੀ, ਕੈਬਨਿਟ ਫਿਰ ਨਹੀਂ ਹੋਈ। ਵੇਖੋ ਇਹਦੇ ਸਾਡਾ ਕੀ ਕਸੂਰ? ਅੱਜ ਕਾਂਗਰਸੀ ਆਪੋ ਧਾ ਪਈ ਇਹਨਾਂ ਨੂੰ ਲੜੀ ਜਾਂਦੇ ਆ। ਇਹਦੇ ਸਾਡਾ ਕੀ ਇਹਦੇ 'ਚ ਦੁੱਖ ਆ ਇਹਨਾਂ ਨੂੰ ਕਿ ਕੈਬਨਿਟ ਬਿਠਾਉਣ, ਪੰਜਾਬ ਦੇ ਮਸਲੇ, ਪੰਜਾਬ ਦੇ ਅਧਿਆਪਕਾਂ ਦੇ ਮਸਲੇ ਤੁਸੀਂ ਹੱਲ ਕਿਉਂ ਨਹੀਂ ਕਰਦੇ? ਕੈਬਨਿਟ ਬਿਠਾਓ। ਤੁਹਾਡੀ ਆਪਸੀ ਰੰਜਿਸ਼ ਚੱਲਦੀ ਤੇ ਚੱਲਦੀ ਜਾਵੇ। ਸਮਾਂ ਕਿਹੜਾ ਰਹਿ ਗਿਆ ਪਿੱਛੇ ਵੋਟਾਂ ਦਾ? ਇਹਨਾਂ ਨੇ ਵੋਟਾਂ ਮੰਗਣਾਉਣਾ ਸਾਡੇ ਪਿੰਡਾਂ ਦੇ ਵਿੱਚ। ਜਿਵੇਂ ਸਾਨੂੰ ਇਹ ਪੂਰਾ ਇਹਨਾਂ ਨੇ ਡੰਡਾ ਫੇਰਿਆ, ਕੁੱਟਿਆ ਇਹਨਾਂ ਨੇ, ਆਸੂ ਗੈਸ ਦੇ ਗੋਲੇ ਛੱਡੇ, 28 ਸਾਥੀ ਜਿਹੜੇ ਉਹ ਹਸਪੀਟਲ ਸੀਗੇ। ਉਸ ਤੋਂ ਬਾਅਦ ਇਹਨਾਂ ਦੇ ਸਾਡੇ ਬੰਦਿਆਂ ਦੇ ਸੱਟਾਂ ਲੱਗੀਆਂ। ਮਤਲਬ ਇਹਨਾਂ ਨੇ ਖੁਦ ਇਹ ਮਤਲਬ ਕਬੂਲਿਆ ਕਿ ਅੱਜ ਤੱਕ ਦੇ ਇਤਿਹਾਸ 'ਚ ਜਿੰਨਾ ਅਸੀਂ ਤਸ਼ੱਦਦ ਤੁਹਾਡੇ ਤੇ ਕੀਤਾ ਕਦੇ ਹੋਇਆ ਨਹੀਂ। ਅਸੀਂ ਡਰਾਉਣੇ ਧਮਕਾਉਣੇ ਹੁੰਦੇ ਆ, ਪਰ ਅਸੀਂ ਡਰਨ ਵਾਲਿਆਂ 'ਚੋਂ ਹੈ ਹੀ ਨਹੀਂ। ਇਹਨਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਕੈਬਨਿਟ ਦਾ, ਇਹ ਮੁੱਕਰ ਗਿਆ। ਜੋ ਅਸੀਂ ਆਪਣਾ ਵਾਅਦਾ ਕੀਤਾ ਸੀ, ਅਸੀਂ ਵਾਅਦੇ ਤੋਂ ਨਹੀਂ ਭੱਜਦੇ। ਜਿਨ੍ਹਾਂ ਨੂੰ ਕਿਹਾ ਸੀ ਇੱਥੇ ਆਵਾਂਗੇ, ਅਸੀਂ ਪਹੁੰਚ ਗਏ ਹਾਂ। ਤੇ ਰਹੀ ਗੱਲ ਇਹਨਾਂ ਦੇ ਵਾਟਰ ਕੈਨਨ ਦੀ, ਆਸੂ ਗੋਲੇ ਗਾਲੇ ਜਿਹੜੇ ਸਿੱਟਦੇ ਆ, ਉਹ ਆਪਣੀ ਤਿਆਰੀ ਕਰਕੇ ਰੱਖਣ। ਅਸੀਂ ਤਿਆਰ ਬਰ ਤਿਆਰ ਹਾਂ। ਕੀ ਮੀਟਿੰਗ ਹੋਈ? 7 ਜੁਲਾਈ ਦੀ ਮੀਟਿੰਗ ਹੋਈ ਸੀ ਤੇ ਕੀ ਮੀਟਿੰਗ 'ਚ ਕੀ ਗੱਲਬਾਤ ਹੋਈ? ਕੀ ਤੁਹਾਡੀ ਮੰਗਾਂ ਸੀ? ਕੀ ਮੰਗਾਂ ਲੈ ਕੇ ਗਏ ਤੇ ਹੁਣ ਉਹਨਾਂ ਨੇ ਕੀ ਕਿਹਾ ਉੱਪਰੋਂ ਦੀ? ਉਹ ਮੀਟਿੰਗ ਹੋਈ ਕਿਸ ਨਾਲ ਸੀ? ਦੇਖੋ ਮੀਟਿੰਗ ਜਿਹੜੀ ਆ OSD ਜਿਹੜੇ ਸੁਰੇਸ਼ ਕੁਮਾਰ ਉਹਨਾਂ ਨਾਲ ਸੀ, ਕੈਪਟਨ ਸੰਦੀਪ ਸੰਧੂ ਸੀਗੇ, ਐਜੂਕੇਸ਼ਨ ਸੈਕਟਰੀ ਪੰਜਾਬ ਸੀਗੇ, ਐਜੂਕੇਸ਼ਨ ਮਿਨਿਸਟਰ ਸੀਗੇ। ਡਿਮਾਂਡ ਸਾਡੀ ਇੱਕ ਹੀ ਆ ਵੀ 13,000 ਕੱਚਾ ਅਧਿਆਪਕ ਆ ਜਿਹੜਾ 15 16 ਸਾਲਾਂ ਤੋਂ ਕੰਮ ਕਰ ਰਿਹਾ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ, ਇਹਨਾਂ ਨੂੰ ਐਕਸਪੀਰੀਅੰਸ ਦੇ ਵੇ ਤੇ ਰੈਗੂਲਰ ਕਰ ਦਿੱਤਾ ਜਾਵੇ। ਇਹਨਾਂ ਨੇ ਇੱਕ ਟੈਸਟ ਰੱਖਤਾ ਔਰ ਇਹਨੇ ਆਪਣੇ ਚਹੇਤਿਆਂ ਲਈ ਓਪਨ ਭਰਤੀ ਕਰਤੀ ਵੀ ਸਾਡੇ ਜਿਹੜੇ ਚਹੇਤੇ ਆ ਪੂਰੇ ਮੰਤਰੀਆਂ ਦੇ, ਗਾਂ ਸਰਪੰਚਾਂ ਦੇ, ਪੰਚਾਂ ਦੇ, ਚੇਅਰਮੈਨਾਂ ਦੇ ਬੱਚੇ, ਉਹਨਾਂ ਨੂੰ ਇਹਦੇ 'ਚ ਅਪਲਾਈ ਕਰਵਾਤਾ। ਉਹਨਾਂ ਕੋਲ ਪੈਸੇ ਲੈ ਕੇ ਨਾ 50% ਪੋਸਟਾਂ ਉਹਨਾਂ ਨੂੰ ਦੇਣੀਆਂ ਸੀ, 50 ਸਾਡੇ ਹਿੱਸੇ ਆਉਣੀਆਂ ਸੀ। ਜਿਹੜੇ ਸਾਡੇ 50% ਲੱਗ ਗਏ ਉਹ ਯੂਨੀਅਨ ਖਤਮ ਹੋ ਗਈ, ਜਿਹੜੇ 50 ਰਹਿ ਗਏ ਰੁਲਦੇ ਘਰੇ ਚਲ ਜਾਣਗੇ। ਇਹਨਾਂ ਦੀ ਇਹ ਸੋਚ ਸੀ। ਅਸੀਂ ਉਹ ਨੋਟੀਫਿਕੇਸ਼ਨ ਦੇ ਕਾਂਟਾ ਮਰਵਾਤਾ। ਹੁਣ ਜਿਹੜਾ ਸਾਡੀ ਜਿਹੜੀ ਡਿਮਾਂਡ ਹੈ, ਜਿਹੜੀ ਪ੍ਰਪੋਜ਼ਲ ਲੈ ਕੇ ਜਾ ਰਹੇ ਆ, ਉਹ 'ਚ ਲਾਈਨ ਆ ਵੀ ਜਿਹੜੇ ਅਧਿਆਪਕ ਦਾ, ਕੱਚੇ ਮੁਲਾਜ਼ਮ ਦਾ, ਕੱਚੇ ਅਧਿਆਪਕ ਦਾ 3 ਸਾਲ ਦਾ ਸਰਕਾਰੀ ਸਕੂਲ ਦਾ ਤਜਰਬਾ, ਉਹੀ ਇਹਨਾਂ ਪੋਸਟਾਂ ਤੇ ਅਪਲਾਈ ਕਰੇਗਾ ਔਰ ਉਹੀ ਇਹਨਾਂ ਪੋਸਟਾਂ ਤੇ ਲੱਗੇਗਾ। ਇਹ ਸਾਡੀ ਡਿਮਾਂਡ ਆ, ਇਹ ਪ੍ਰਪੋਜ਼ਲ ਆ। ਪ੍ਰਪੋਜ਼ਲ ਜਿਹੜੀ ਕੈਬਨਿਟ 'ਚ ਜਾਣੀ ਹੈ, ਕੈਬਨਿਟ 'ਚ ਸਾਈਨ ਹੋਣੀ ਆ, ਫਿਰ ਨੋਟੀਫਿਕੇਸ਼ਨ ਹੋਣਾ, ਪਰ ਕੈਬਨਿਟ ਨਹੀਂ ਹੋ ਰਹੀ। ਤੁਹਾਨੂੰ ਕੀ ਕਿਹਾ ਗਿਆ ਸੀ ਵੀ ਕੈਬਨਿਟ ਆਊਗੀ, ਉਸ ਤੋਂ ਬਾਅਦ ਗੱਲਬਾਤ ਹੋਗੀ, ਫਿਰ ਤੁਸੀਂ ਗੱਲਬਾਤ ਦੀ ਕੋਸ਼ਿਸ਼ ਕੀਤੀ? ਜੇ 7 ਜੁਲਾਈ ਬਾਅਦ ਮੀਟਿੰਗ ਨਹੀਂ ਹੋਈ, ਕਿਹਾ ਦੁਬਾਰਾ ਜਾ ਕੇ ਬਈ ਕੈਬਨਿਟ ਦੀ ਸ਼ੁਰੂ ਕਰੋ, ਕੋਈ ਗੱਲਬਾਤ ਕਰੋ ਜਾਂ ਸਾਡੇ ਮਸਲੇ ਹੱਲ ਕਰੋ। ਗੱਲ ਕੀਤੀ ਸੁਰੇਸ਼ ਜੀ ਨਾਲ ਬਾਅਦ ਚੋਂ? ਸੁਰੇਸ਼ ਕੁਮਾਰ ਜੀ ਜਿਹੜੇ OSD ਆ, ਉਹਨਾਂ ਨੂੰ ਉਸ ਮੀਟਿੰਗ ਤੋਂ ਬਾਅਦ ਵੀ ਅਸੀਂ ਮਿਲੇ ਆ। ਸੰਦੀਪ ਸੰਧੂ ਜੀ 2 ਵਾਰ ਸਾਡੇ ਧਰਨੇ 'ਚ ਆ ਚੁੱਕੇ ਆ ਪਿਛਲੇ ਦਿਨੀ ਬੈਠ ਕੇ ਸਾਨੂੰ ਕਹਿ ਕੇ ਗਏ, ਯਾਰ ਤੁਸੀਂ ਕੁਝ ਨਹੀਂ ਕਰਨਾ, ਮੈਂ ਬੈਠਾ, ਤੁਹਾਡੀ ਕੈਬਨਿਟ 'ਚ ਮੈਂ ਲੈ ਕੇ ਜਾਊਂ ਪ੍ਰਪੋਜ਼ਲ, ਮੇਰੀ ਜ਼ਿੰਮੇਵਾਰੀ ਆ, ਤੁਸੀਂ ਸਾਰੇ ਰੈਗੂਲਰ ਹੋ ਗਏ, ਲਾਈਨ ਵੀ 3 ਸਾਲ ਦੀ ਮੈਂ ਪਾਉਂਗਾ। ਪਰ ਅਸੀਂ ਕਿਵੇਂ ਮੰਨ ਲਈਏ ਜਦੋਂ ਕੈਬਨਿਟ ਨਹੀਂ ਹੋ ਰਹੀ? ਜਦੋਂ ਕੈਬਨਿਟ ਹੋਏਗੀ ਤਾਂ ਅਸੀਂ ਸੋਚਾਂਗੇ, ਆਪਣਾ ਪ੍ਰੋਟੈਸਟ ਉਦੋਂ ਸ਼ਾਂਤ ਕਰਾਂਗੇ ਜਦੋਂ ਕੈਬਨਿਟ ਹੋ ਨਹੀਂ ਰਹੀ। ਸਾਡੇ ਲਈ ਲਾਸਟ ਹਥਿਆਰ ਪ੍ਰੋਟੈਸਟ ਹੀ ਆ ਔਰ ਭਿੜਨਾ ਹੀ ਆ। ਜਾਓਗੇ 144 ਦਫਾ ਲੱਗੀ ਹੈ ਧਾਰਾ, ਕੋਈ ਪ੍ਰੋਟੈਸਟ, ਕੋਈ ਧਰਨਾ, ਕੁਝ ਨਹੀਂ ਹੋ ਸਕਦਾ। ਤੁਸੀਂ ਜਿਵੇਂ ਦੇਖਦੇ ਹੋ ਪੁਲਿਸ ਵਾਲੇ ਵੀ ਖੜੇ ਨੇ ਇੱਥੇ ਵੀ ਵਾਪਸ ਚਲੇ ਜਾਓ, 5 ਮਿੰਟ ਦੇ ਵਿੱਚ ਧਰਨਾ ਜਿਹੜਾ ਚੁੱਕ ਲਓ, ਫਿਰ ਜਾਓਗੇ ਅੱਗੇ। ਹੁਣ ਵੀ ਬਾਈ ਜੀ ਇੱਥੇ ਕਿਉਂ ਨਹੀਂ ਹੋ ਸਕਦਾ? ਰਾਈਟ ਆ ਸਾਡਾ ਪ੍ਰੋਟੈਸਟ ਕਰਨਾ। ਇਹ ਦਫਾ 144 ਲਾ ਲੈਣ, 302 ਲਾ ਲੈਣ, ਸਾਡੇ ਦੇ ਪਰਚੇ ਕਰ ਲੈਣ, ਜੋ 307 ਦਾ ਕਰ ਲੈਣ। ਜੇ ਸਾਡੇ ਤੇ ਤਸ਼ੱਦਦ ਇਹ ਕਰਦੇ ਆ ਤੇ ਇਹਨਾਂ ਤੇ ਬਣਦੇ ਪਰਚੇ ਬਣਦੇ ਆ। ਜੇ ਸਾਡੇ ਦੇ ਪਰਚੇ ਹੋਣਗੇ ਤੇ ਬਰਾਬਰ ਤੇ ਇਹਨਾਂ ਦੇ ਵੀ ਕਰਾਵਾਂਗੇ। ਔਰ ਰਹੀ ਗੱਲ ਇਹਨਾਂ ਨਾਲ ਲੜਨ ਭਿੜਨ ਦੀ, ਇੱਕ ਪਹਿਲੀ ਵਾਰ ਨਹੀਂ ਹੋ ਚੱਲਿਆ। ਇਹਨਾਂ ਨੂੰ ਅਸੀਂ ਤੋੜ ਮਰੋੜ ਕੇ ਸਿੱਟ ਕੇ ਪਾਸੇ ਅਸੀਂ 43 ਦੀਆਂ ਲਾਈਟਾਂ ਤੱਕ ਪਿਛਲੀ ਵਾਰ ਪਹੁੰਚੇ ਆ। ਤਾਂ ਉਹੀ ਪ੍ਰੋਟੈਸਟ ਅਸੀਂ ਇਸ ਵਾਰ ਕਰਨਾ। ਪਿਛਲੀ ਵਾਰ ਥੋੜੀ ਤਿਆਰੀ ਸਾਨੂੰ ਆ ਗੋਲਿਆਂ ਗਾਲਿਆਂ ਬਾਰੇ ਘੱਟ ਪਤਾ ਸੀ, ਹੁਣ ਸਾਡੀ ਫੁੱਲ ਤਿਆਰੀ। ਅੱਜ ਦੇਖਦੇ ਕੀ ਬਣਦਾ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ। 5 ਮਹੀਨੇ ਰਹਿ ਗਏ, 5 ਤੋਂ 6 ਮਹੀਨੇ ਦਾ ਸਮਾਂ ਵੋਟਾਂ ਲਈ। ਵੋਟਾਂ ਹੁਣ ਜਿਵੇਂ ਕਾਂਗਰਸ ਦੇ ਵਿੱਚ ਲੱਗਦਾ ਵੀ ਆਪਸ ਦੇ ਵਿੱਚ ਜੋ ਬਵਾਲ ਸੀ ਕਿਤੇ ਨਾ ਕਿਤੇ ਖਤਮ ਹੁੰਦਾ ਨਜ਼ਰ ਆ ਰਿਹਾ, ਪਰ ਤੁਹਾਨੂੰ ਕੀ ਲੱਗਦਾ ਵੋਟਾਂ ਮੰਗਣ ਆਣਗੇ? ਕੋਈ ਵੀ ਸਿਆਸੀ ਪਾਰਟੀ ਆ ਪੰਜਾਬ 'ਚ, ਇੱਕ ਪਾਰਟੀ ਨਹੀਂ, ਉਹ ਵੀ ਸਿਆਸੀ ਪਾਰਟੀਆਂ ਨੇ, ਫਿਰ ਕੀ ਜਵਾਬ ਹੋਊਗਾ? ਫਿਰ ਕੀ ਕਹੋਗੇ? 35 ਦਿਨ ਹੋ ਗਏ ਤੁਹਾਨੂੰ ਅੱਜ ਬੈਠੇ ਨੂੰ ਧਰਨੇ ਦੇ ਉੱਤੇ। ਪਹਿਲੀ ਗੱਲ ਤੇ ਅੱਜ 36ਵਾਂ ਸਾਨੂੰ ਦਿਨ ਹੋ ਗਿਆ ਧਰਨੇ ਤੇ ਬੈਠੇ ਹੋਏ। ਜਿਹੜੀ ਇਹਨਾਂ ਦੀ ਤੁਸੀਂ ਆਪਸੀ ਫੁੱਟ ਦੀ ਗੱਲ ਕਰਦੇ ਆ, ਮੈਨੂੰ ਨਹੀਂ ਲੱਗਦਾ ਇਹਨਾਂ ਦੀ ਕੋਈ ਆਪਸੀ ਫੁੱਟ ਆ। ਇਹ ਤਾਂ ਇੱਕ ਪੋਲੀਟੀਕਲ ਸਟੰਟ ਇਹ ਖੇਡ ਰਿਹਾ ਕਿ ਜਿਹੜੇ ਲੋਕਾਂ ਦੇ ਮੁੱਦੇ ਆ ਨਾ, ਲੋਕਾਂ ਦਾ ਧਿਆਨ ਹਟ ਕੇ ਇੱਕ ਪਾਸੇ ਇੱਧਰ ਆ ਜੇ ਵੀ ਆ ਕੈਪਟਨ ਦਾ ਜੀ, ਆ ਸਿੱਧੂ ਦਾ ਜੀ, ਆ ਕੈਪਟਨ ਦਾ, ਜਿਹੜਾ ਧਿਆਨ ਆ, ਜਿਹੜਾ ਮੁੱਦਿਆਂ ਦਾ, ਮਸਲਿਆਂ ਦਾ ਧਿਆਨ, ਉਹ ਡਿਵਰਟ ਕਰਕੇ ਆਪਣੀ ਆਪੋ ਧਾਪ 'ਚ ਲੋਕਾਂ ਨੂੰ ਉਲਝਾ ਰਿਹਾ। ਸਾਨੂੰ ਪੱਕਾ ਪਤਾ ਵੀ ਇਹ ਵਿੱਚੋਂ ਘਿਓ ਖਿਚੜੀ ਆ, ਸਾਰੇ ਇੱਕ ਹੀ ਆ। ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਉਸ ਪਾਸੇ ਲਿਜਾ ਕੇ ਟਾਈਮ ਟਪਾ ਰਿਹਾ ਔਰ
ਔਰ ਆਉਣ ਵਾਲਾ ਜਿਹੜਾ ਟਾਈਮ ਇਹਨਾਂ ਦਾ ਮਾੜਾ। ਸਾਡੇ ਹੀ ਪਿੰਡਾਂ ਦੇ ਵਿੱਚ, ਸਾਡੇ ਗਲੀਆਂ ਮਹੱਲਿਆਂ 'ਚ ਆਉਣਗੇ, ਇਹਨਾਂ ਨੂੰ ਜਿੱਦਾਂ ਸਾਨੂੰ ਇੱਥੇ ਡਾਂਗ ਵਰਦੀ ਇਦਾਂ ਹੀ ਡਾਂਗਾਂ ਨਾਲ ਉੱਥੋਂ ਭਜਾਵਾਂਗੇ ਜੀ। ਵੋਟਾਂ ਵਾਲੇ ਕੀ ਕਹੋਗੇ ਫਿਰ ਜੇ ਵੋਟਾਂ ਮੰਗਣ ਆਉਣਗੇ? ਬਿਲਕੁਲ ਸਾਡੇ ਕੋਲ ਵੋਟਾਂ ਮੰਗਣ ਆਉਣ। ਅੱਜ ਅਸੀਂ ਇਹਨਾਂ ਕੋਲ ਮੰਗਣ ਆ ਰਹੇ ਹਾਂ ਵੀ ਸਾਡਾ ਜੋ ਰਾਈਟ ਬਣਦਾ ਨਾ, ਸਾਡਾ ਜੋ ਰੈਗੂਲਰ ਦੀ ਮੰਗ ਆ, ਕੈਪਟਨ ਸੀਐਮ ਆ ਪੰਜਾਬ ਦੇ, ਸੀਐਮ ਬੈਠਣਾ ਉਹਨਾਂ ਦਾ ਫਰਜ਼ ਆ, ਉੱਥੇ ਬੈਠ ਕੇ ਮੁਸੀਬਤ ਸੁਣਨਾ ਉਹਨਾਂ ਦਾ ਫਰਜ਼ ਆ। ਅਸੀਂ ਉਹਨਾਂ ਨੂੰ ਲੈ ਕੇ ਆਏ ਸੱਤਾ ਦੇ ਵਿੱਚ, ਜੋ ਸੁਣਨਾ ਪਸੰਦ ਨਹੀਂ ਕਰਦੇ ਤੇ ਇਹ ਭੁੱਲ ਜਾਣ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਸਿੱਧੂ ਆ ਜੇ ਤੇ ਚਾਹੇ ਇਹ ਆ ਜੇ, ਸਭ ਅੱਗੇ ਲਾ ਕੇ ਭਜਾਵਾਂਗੇ ਔਰ ਭਜਾ ਰਹੇ ਹਾਂ। ਤੁਹਾਡੇ ਸਾਹਮਣੇ ਕਿਸਾਨਾਂ ਦੇ ਨਾਲ ਖੜੇ ਅਸੀਂ, ਉਹਨਾਂ ਦੇ ਨਾਲ ਹੀ ਇਹਨਾਂ ਨੂੰ ਭਜਾਉਣੇ ਔਰ ਭਜਾਉਂਦੇ ਜਾਵਾਂਗੇ। ਤੁਸੀਂ ਜਿਵੇਂ ਦੇਖਦੇ ਹੋ ਕਿ ਮੀਟਿੰਗ ਦੇ ਵਿੱਚ ਕਿਹਾ ਗਿਆ ਸੀ ਵੀ ਕੈਬਨਿਟ ਦੇ ਵਿੱਚ ਮਸਲੇ ਹੱਲ ਹੋ ਜਾਣਗੇ, ਪਰ ਮਸਲਾ ਨਹੀਂ ਹੱਲ ਹੋ ਪਾਇਆ। 7 ਜੁਲਾਈ ਨੂੰ ਮੀਟਿੰਗ ਹੋਈ ਸੀ, OSD ਦੇ ਨਾਲ ਸੰਦੀਪ ਜੀ ਵੀ ਉੱਥੇ ਮੌਜੂਦ ਸਨ, ਸੰਦੀਪ ਸਿੰਘ ਸੰਧੂ ਤੇ ਦੂਸਰੇ ਪਾਸੇ ਸੁਰੇਸ਼ ਕੁਮਾਰ ਵੀ ਮੌਜੂਦ ਸਨ, ਪਰ ਕੋਈ ਹੱਲ ਨਹੀਂ ਨਿਕਲਿਆ। ਤੇ ਅੱਜ ਦੁਬਾਰਾ ਜੋ ਅਧਿਆਪਕ ਨੇ ਤੀਸਰੀ ਵਾਰ ਕੂਚ ਕਰਨ ਨੂੰ ਚੰਡੀਗੜ੍ਹ ਵਿੱਚ ਕਹਿ ਰਹੇ ਨੇ ਕਿ ਉਹ ਚੰਡੀਗੜ੍ਹ ਵਿੱਚ ਜਾਣਗੇ। ਦਫਾ 144 ਲੱਗੀ ਹੈ, ਪਰ ਉਸ ਦੇ ਬਾਵਜੂਦ ਵੀ ਕਹਿ ਰਹੇ ਨੇ ਕਿ ਇਹ ਚੰਡੀਗੜ੍ਹ ਵੱਲ ਕੂਚ ਕਰਨਗੇ। ਹੁਣ ਦੇਖਾਂਗੇ ਕਿ ਪ੍ਰਸ਼ਾਸਨ ਚੰਡੀਗੜ੍ਹ ਵਿੱਚ ਐਂਟਰ ਕਰ ਦੂਗਾ ਕਿ ਨਹੀਂ, ਕਿਉਂਕਿ ਦੂਸਰੇ ਪਾਸੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ। ਤੁਸੀਂ ਜਿਵੇਂ ਦੇਖ ਰਹੇ ਹੋ ਕਿ ਅਧਿਆਪਕ ਚੰਡੀਗੜ੍ਹ ਵੱਲ ਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅੱਗੇ ਹੀ ਬੈਰੀਕੇਡ ਦੇ ਅੱਗੇ ਆ ਕੇ ਬੈਠ ਗਏ ਨੇ। ਤਾਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ, ਪਰ ਇਸ ਸਮੇਂ ਬੈਰੀਕੇਡ ਦੇ ਅੱਗੇ ਆ ਕੇ ਬੈਠ ਗਏ ਨੇ। ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ, ਪਹਿਲਾਂ ਵੀ ਆ ਚੁੱਕੇ ਨੇ ਅਧਿਆਪਕ। ਇੱਕ ਵਾਰ ਚੰਡੀਗੜ੍ਹ ਕੂਚ ਕਰ ਗਏ ਸੀ ਤੇ ਦੂਸਰੀ ਵਾਰ ਪਾਣੀ ਦੀਆਂ ਬੁਛਾੜਾਂ ਕਰਕੇ ਵਾਪਸ ਮੋੜਦਾ ਸੀ, ਤੇ ਅੱਜ ਫਿਰ ਤੀਸਰੀ ਵਾਰ ਆਏ ਨੇ ਅਧਿਆਪਕ ਜੋ ਨੇ, ਜੋ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਹੋ। ਅੱਜ 36ਵਾਂ ਦਿਨ ਹੈ ਧਰਨੇ ਦਾ, 36ਵੇਂ ਦਿਨ ਵਿੱਚ ਤਬਦੀਲ ਹੋ ਚੁੱਕਿਆ। ਤਾਂ ਕਿਹਾ ਜਾਂਦਾ ਕਿ ਕੱਲ ਦੀ ਮੀਟਿੰਗ ਜੋ ਹੈ ਉਹ ਫਿਕਸ ਕਰਨ ਦੀ ਗੱਲ ਕੀਤੀ ਗਈ ਸੀ, ਪਰ ਲਿਖਤ ਵਿੱਚ ਲੈਣ ਲਈ ਬੈਠੇ ਨੇ ਕਿ ਲਿਖਤ ਵਿੱਚ ਜੇ ਮਿਲੂਗਾ ਤਾਂ ਹੀ ਕੋਈ ਅੱਗੇ ਗੱਲਬਾਤ ਹੋਏਗੀ। ਕੈਬਨਿਟ ਦੇ ਵਿੱਚ ਕੈਬਨਿਟ ਰਾਹੀਂ ਜੋ ਇਹਨਾਂ ਦੀ ਮੰਗਾਂ ਸੀ ਉਹ ਪੂਰੀਆਂ ਕਰਨ ਦਾ ਆਸ਼ਵਾਸਨ ਦਿੱਤਾ ਸੀ, ਪਰ ਕੈਬਨਿਟ ਜੋ ਹੈ ਨਹੀਂ ਹੋ ਪਾਈ, ਜਿਸ ਦੇ ਕਾਰਨ ਅੱਜ ਦੁਬਾਰਾ ਜੋ ਕੂਚ ਕੀਤਾ ਸੀ ਅਧਿਆਪਕਾਂ ਨੇ, ਤਾਂ ਹੁਣ ਬੈਰੀਕੇਡ ਦੇ ਬਿਲਕੁਲ ਸਾਹਮਣੇ ਆ ਕੇ ਬੈਠ ਗਏ ਨੇ ਕੱਚੇ ਅਧਿਆਪਕ। ਅੱਜ 36ਵਾਂ ਦਿਨ ਹੈ, ਅੱਜ ਧਰਨੇ ਦਾ ਅਧਿਆਪਕਾਂ ਦਾ 36ਵਾਂ ਦਿਨ ਹੈ। 36 ਦਿਨ ਹੋ ਗਏ ਅੱਜ ਅਧਿਆਪਕਾਂ ਨੂੰ ਮੁਹਾਲੀ ਦੇ ਬਾਹਰ ਸਕੂਲ ਸਿੱਖਿਆ ਬੋਰਡ ਦੇ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਬੈਠੇ ਹੋਏ ਆ ਬਿਲਡਿੰਗ ਦੇ। ਅੱਜ 36 ਦਿਨ ਹੋ ਗਏ ਨੇ ਤੇ ਅੱਜ ਫਿਰ ਦੁਬਾਰਾ ਇਹ ਨਿਕਲੇ ਸੀ ਇੱਥੋਂ ਦੀ ਕਿ ਚੰਡੀਗੜ੍ਹ ਵੱਲ ਪਾਸੇ ਜਾਣਾ। ਦੂਸਰੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਬੈਰੀਕੇਡਿੰਗ ਕੀਤੀ ਹੋਈ ਹੈ, ਰੋਕਿਆ ਹੈ ਕਿ ਦਫਾ 144 ਜੋ ਹੈ ਉਹ ਲੱਗੀ ਹੋਈ ਹੈ। ਤਾਂ ਇਸ ਪਾਸੇ ਆ ਕੇ ਬੈਠ ਗਏ ਨੇ। ਹੁਣ ਹੱਲ ਹੋਊਗਾ ਕਿ ਇਸ ਤੋਂ ਅੱਗੇ ਜਾਣਗੇ, ਇਹ ਦੇਖਣ ਵਾਲੀ ਗੱਲ ਹੈ। ਔਰ ਦੂਸਰੇ ਪਾਸੇ ਇਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਜਦ ਤੱਕ ਇਹਨਾਂ ਦੀ ਮੰਗਾਂ ਨਹੀਂ ਪੂਰੀਆਂ ਹੁੰਦਾ, ਜੋ ਕੱਚੇ ਅਧਿਆਪਕ ਨੇ, ਕੱਚੇ ਅਧਿਆਪਕ ਪੱਕੇ ਨਹੀਂ ਹੁੰਦੇ ਤਦ ਤੱਕ ਉਹ ਇੱਥੇ ਰਹਿਣਗੇ। ਤਾਂ ਲਗਾਤਾਰ ਹੀ ਧਰਨਿਆਂ ਨੂੰ ਲੈ ਕੇ ਜੇ ਪੰਜਾਬ ਦੀ ਗੱਲ ਕਰੀਏ ਦੋ ਜਾਰੀ ਆ। ਮੈਡਮ ਅੱਗੇ ਹੁਣ ਕੀ ਕਰੋਗੇ, ਜਾਓਗੇ ਅੱਗੇ ਕੀ ਕਰੋਗੇ? ਦੇਖੋ ਸਾਰੇ ਮੀਟਿੰਗ ਦੀ ਗੱਲ ਕਰ ਰਹੇ, ਅਸੀਂ ਤਾਲਮੇਲ ਤੋਂ ਕਦੇ ਨਹੀਂ ਭੱਜੇ। ਜੇ ਤਾਲਮੇਲ ਸ਼ਾਂਤੀਪੂਰਵਕ ਕਰਾਉਂਦੇ ਆ ਤਾਂ ਅਸੀਂ ਕਰਨ ਨੂੰ ਤਿਆਰ ਆ। ਸਾਡਾ ਇੱਕੋ ਇੱਕ ਮੋਟਿਵ ਹੈ, ਸਾਨੂੰ ਪੱਕਾ ਰੋਜ਼ਗਾਰ ਦੇਣ। ਜੇਕਰ ਇਹਦੇ ਲਈ ਬੈਠਦੇ ਆ ਤਾਂ ਅਸੀਂ ਨਹੀਂ ਭੱਜਾਂਗੇ। ਫਿਰ ਵੀ ਜੇ ਸਰਕਾਰ ਟਾਲ ਮਟੋਲ ਕਰਦੀ ਹੈ ਤਾਂ ਅਸੀਂ ਅੱਗੇ ਵਧਾਂਗੇ। ਕੀ ਚਾਹੁੰਦੇ ਹੋ ਕੈਬਨਿਟ ਵਿੱਚ ਫੈਸਲੇ ਹੋਣ ਕਿ ਮੀਟਿੰਗ ਕਰੋਗੇ? ਪਹਿਲਾਂ ਵੀ ਮੀਟਿੰਗ ਹੋ ਗਈ OSD ਨਾਲ, ਹੁਣ ਹੱਲ ਹੋਊਗਾ ਕੋਈ? ਦੁਬਾਰਾ ਮੀਟਿੰਗ ਹੋਏਗੀ OSD ਨਾਲ? ਤਾਂ ਦੇਖੋ ਜਿਹੜੀ ਕੈਬਨਿਟ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋ ਗਿਆ ਸੀ, ਫੈਸਲੇ ਨੂੰ ਇੰਪਲੀਮੈਂਟ ਨਹੀਂ ਕਰ ਸਕੇ, ਇਹ ਕੈਬਨਿਟ ਨਹੀਂ ਕਰ ਸਕੇ। ਦੁਬਾਰਾ ਜਿਹੜਾ ਹੈ ਉਹੀ ਟੀਮ ਸਾਨੂੰ ਬੁਲਾ ਰਹੀ ਹੈ। ਅਸੀਂ ਸਮਝਦੇ ਹਾਂ ਵੀ ਸਾਨੂੰ ਇੱਕ ਵਾਰੀ ਉਹਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਘੋਲ ਵੀ ਚੱਲਦੇ ਰਹਿਣਗੇ, ਸੰਘਰਸ਼ ਵੀ ਚੱਲਦੇ ਰਹਿਣਗੇ। ਅਸੀਂ ਵੀ ਇੱਥੇ ਆ, ਚੰਡੀਗੜ੍ਹ ਵੀ ਇੱਥੇ ਆ, ਪ੍ਰਸ਼ਾਸਨ ਵੀ ਇੱਥੇ ਹੈ। ਫਿਰ ਵੀ ਜੇ ਸਾਨੂੰ ਲੱਗਦਾ ਹੋਇਆ ਵੀ ਅਸੀਂ ਵਧਣਾ ਤਾਂ ਅਸੀਂ ਵਧਾਂਗੇ ਵੀ। ਅੱਛਾ, ਹੁਣ ਕੀ ਕਹਿ ਰਹੇ ਹੋ ਵੀ ਤੁਸੀਂ ਲੈਟਰ ਉੱਤੇ ਲੈਣਾ ਚਾਹੁੰਦੇ ਹੋ ਵੀ ਕੱਲ ਦੀ ਮੀਟਿੰਗ ਜਿਹੜੀ ਉਹ ਰੱਖੀ ਗਈ ਹੈ, ਲੈਟਰ ਰਾਹੀਂ ਵਾਪਸ ਜਾਓਗੇ ਕਿ ਬੈਠੇ ਰਹੋਗੇ ਇੱਥੇ? ਬਿਲਕੁਲ ਲੈਟਰ ਦੇਣ, ਵਿਸ਼ਵਾਸ ਦਿਵਾ ਕੇ ਜਾਣ ਸਾਡੀ ਜਨਤਾ ਨੂੰ। ਜੇਕਰ ਇਸ ਚੀਜ਼ ਤੋਂ ਭੱਜਦੇ ਆ ਤਾਂ ਫਿਰ ਤਿਆਰ ਰਹਿਣ, ਅਸੀਂ ਤਾਂ ਤਿਆਰ ਹੋ ਕੇ ਹੀ ਆਏ ਆ। ਜੇ ਲੈਟਰ ਨਾ ਦਿੱਤੀ ਗਈ ਫਿਰ ਕੀ ਕਰੋਗੇ? ਫਿਰ ਅਸੀਂ ਅਗਾਂਹ ਵਧਾਂਗੇ ਜੀ। ਚੰਡੀਗੜ੍ਹ ਵਾਲੇ ਪਾਸੇ ਬਿਲਕੁਲ। ਦਫਾ 144 ਲੱਗੀ ਚੰਡੀਗੜ੍ਹ ਲੱਗੀ ਰਵੇ ਜੀ, ਜਿਹੜੀਆਂ ਮਰਜ਼ੀ ਦਫਾਵਾਂ ਲਾਉਣ। ਅਸੀਂ ਤਾਂ ਇਹਨਾਂ ਨੂੰ ਇਹ ਕਿਹਾ ਸੀ ਤੁਸੀਂ ਦਫਾ ਦੀ ਗੱਲ ਕਰਦੇ ਹੋ, ਗੋਲੀਆਂ ਚਲਾਓ। ਜੇ ਸਾਡੇ ਤੋਂ ਖਹਿੜਾ ਛਡਾਉਣਾ ਤਾਂ ਗੋਲੀਆਂ ਚਲਾ ਕੇ ਸਾਡਾ ਖਾਤਮਾ ਕਰੋ, ਉਦੋਂ ਬਾਅਦ ਹੀ ਤੁਹਾਡਾ ਅਸੀਂ ਖਹਿੜਾ ਛੱਡਣਾ। ਕੱਚੇ ਅਧਿਆਪਕਾਂ ਨੇ ਅਸੀਂ ਪੱਕੇ ਹੋ ਕੇ। ਪਿਛਲੀ ਵਾਰ ਵੀ ਆਏ ਸੀ ਤੁਸੀਂ ਇੱਥੇ, ਤਾਂ ਲਗਾਤਾਰ ਹੀ ਪਾਣੀ ਦੀਆਂ ਬੁਛਾੜਾਂ, ਆਂਸੂ ਗੈਸ ਦਾ ਇਸਤੇਮਾਲ ਕੀਤਾ ਗਿਆ ਸੀ। ਦੁਬਾਰਾ ਫਿਰ ਉਸੇ ਤਿਆਰੀ ਵਿੱਚ ਪ੍ਰਸ਼ਾਸਨ? ਬਿਲਕੁਲ ਇਹਨਾਂ ਦੀ ਫੁੱਲ ਤਿਆਰੀ ਹੈ। ਅਸੀਂ ਪਿਛਲੀ ਵਾਰ ਵੀ ਨਹੀਂ ਇੱਥੇ ਸੀ, ਅਸੀਂ ਐਕਟਿਵ ਵੀ ਨਹੀਂ ਇੱਥੇ ਆਏ ਆ। ਅਸੀਂ ਮਰਨੋਂ ਨਹੀਂ ਡਰਦੇ, ਇਹ ਇਹਨਾਂ ਨੂੰ ਪਤਾ ਹੈ। ਪਿਛਲੀ ਵਾਰੀ ਵੀ ਤਿੱਖਾ ਸੰਘਰਸ਼ ਸੀ, ਐਕਟਿਵ ਵੀ ਤਿੱਖਾ ਹੀ ਕਰਾਂਗੇ ਜੀ ਅਸੀਂ। ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿ ਇੱਥੋਂ ਜਾਣਾ ਨਹੀਂ ਚਾਹੁੰਦੇ ਅਧਿਆਪਕ ਜਦ ਤੱਕ ਲਿਖਤੀ ਵਿੱਚ ਨਹੀਂ ਆਉਂਦਾ। ਲਿਖਤੀ ਵਿੱਚ ਜੇ ਆਊਗਾ
ਪ੍ਰਸ਼ਾਸਨ ਵੱਲੋਂ ਕਿ ਕੱਲ ਮੀਟਿੰਗ ਕਰਵਾਈ ਜਾਊਗੀ, ਮਸਲੇ ਦੇ ਹੱਲ ਹੋਣਗੇ ਤਾਂ ਹੀ ਇੱਥੋਂ ਉੱਠਣਗੇ, ਨਹੀਂ ਤਾਂ ਉੱਥੇ ਹੀ ਬੈਠ ਗਏ ਨੇ, ਸੜਕ ਦੇ ਉੱਤੇ ਆ ਕੇ ਬੈਠ ਗਏ ਨੇ। ਬਿਲਕੁਲ ਬੈਰੀਕੇਡਿੰਗ ਕੀਤੀ ਹੋਈ ਹੈ, ਇੱਕ ਪਾਸੇ ਪੁਲਿਸ ਪ੍ਰਸ਼ਾਸਨ ਨੇ ਤੇ ਦੂਸਰੇ ਪਾਸੇ ਇੱਥੇ ਆ ਕੇ ਬੈਠੇ ਹੋਏ ਨੇ। ਪਿਛਲੀ ਵਾਰ ਵੀ ਅਧਿਆਪਕਾਂ ਨੇ ਚੰਡੀਗੜ੍ਹ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਲਗਾਤਾਰ ਉਦੋਂ ਵੀ ਲਾਠੀਚਾਰਜ ਵੀ ਹੋਇਆ ਸੀ, ਵਾਟਰ ਕੈਨਨ ਦਾ ਪ੍ਰਯੋਗ ਵੀ ਹੋਇਆ ਸੀ ਤੇ ਇੱਥੋਂ ਗੈਸ ਵੀ ਛੱਡੇ ਗਏ ਸੀ। ਅੱਗੇ ਤਾਂ ਨਹੀਂ ਜਾਣ ਦਿੱਤਾ ਗਿਆ ਸੀ, ਪਰ ਉਸ ਤੋਂ ਪਹਿਲਾਂ ਅਧਿਆਪਕ ਜਦੋਂ ਗਏ ਸੀ ਤਾਂ ਚੰਡੀਗੜ੍ਹ ਤੱਕ ਕੂਚ ਕਰ ਗਏ ਸੀ, ਸੈਕਟਰ 43 ਤੱਕ। ਤਾਂ ਤੀਸਰੀ ਵਾਰ ਅੱਜ ਆਏ ਨੇ। 7 ਜੁਲਾਈ ਨੂੰ ਮੀਟਿੰਗ ਹੋਈ ਸੀ OSD ਦੇ ਨਾਲ, ਸੁਰੇਸ਼ ਕੁਮਾਰ ਮੌਜੂਦ ਸਨ, ਸੰਦੀਪ ਸਿੰਘ ਸੰਧੂ ਮੌਜੂਦ ਸਨ, ਪਰ ਉਹਨਾਂ ਨੇ ਕਿਹਾ ਸੀ ਕਿ ਕੈਬਨਿਟ ਰਾਹੀਂ ਤੁਹਾਡਾ ਅਸੀਂ ਮਸਲਾ ਹੱਲ ਕਰਾਂਗੇ। ਉਸ ਤੋਂ ਬਾਅਦ ਕੈਬਨਿਟ ਜੋ ਹੈ ਨਹੀਂ ਹੋਈ, ਤਾਂ ਕੈਬਨਿਟ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕੱਲ੍ਹ ਦੀ ਮੀਟਿੰਗ ਵਿੱਚ ਕੀ ਵਾਕਈ ਕੋਈ ਸਿੱਟਾ ਨਿਕਲੂਗਾ। ਆਪਾਂ ਸਾਰਿਆਂ ਨਾਲ ਪਹਿਲੀ ਗੱਲ ਹੈ ਕਿ ਕੋਈ ਚਿੱਠੀ ਭੇਜਣ ਵੀ ਕੱਲ੍ਹ ਦੀ ਮੀਟਿੰਗ ਜੋ ਤੈਅ ਹੈ, ਪ੍ਰਸ਼ਾਸਨ ਵੱਲੋਂ ਇੱਕ ਆਸ਼ਵਾਸਨ ਲੈਣਾ ਚਾਹੁੰਦੇ ਹਨ ਵੀ ਸਾਨੂੰ ਇਸ ਚੀਜ਼ ਦਾ ਪੁਖਤਾ ਕਰ ਦਿੱਤਾ ਜਾਵੇ ਕਿ ਕੱਲ੍ਹ ਮੀਟਿੰਗ ਹੈ, ਮੀਟਿੰਗ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਹੱਲ ਹੋਊਗਾ ਤਾਂ ਹੀ ਇੱਥੋਂ ਉੱਠਣਗੇ, ਨਹੀਂ ਤਾਂ ਅਧਿਆਪਕ ਇਸੇ ਤਰ੍ਹਾਂ ਹੀ ਸੜਕ ਦੇ ਉੱਤੇ ਮੌਜੂਦ ਨੇ। ਅਧਿਆਪਕ ਦੀਆਂ ਮੰਗਾਂ ਨੂੰ ਲੈ ਕੇ ਅੱਜ ਜਿਵੇਂ 36ਵੇਂ ਦਿਨ ਵਿੱਚ ਧਰਨਾ ਤਬਦੀਲ ਹੋ ਗਿਆ ਸੀ ਤਾਂ ਹੁਣ ਚਿੱਠੀ ਆ ਗਈ ਹੈ। ਦਵਿੰਦਰ ਸਾਡੇ ਨਾਲ ਨੇ, ਚਿੱਠੀ ਉੱਤੇ ਭਰੋਸਾ ਕੀਤਾ ਜਾ ਸਕਦਾ ਜੋ ਚਿੱਠੀ ਭੇਜੀ ਗਈ ਹੈ। ਦਵਿੰਦਰ ਸਾਡੇ ਨਾਲ ਨੇ, ਚਿੱਠੀ ਆ ਗਈ ਹੈ, ਹੁਣ ਤੁਸੀਂ ਅੱਗੇ ਜਾਓਗੇ ਕਿ ਵਾਪਸ ਜਾ ਦਿਓ? ਨਹੀਂ ਜੀ, ਚਿੱਠੀ ਆ ਗਈ ਹੈ। ਜਿਹੜਾ ਇਹਨਾਂ ਨੇ ਇੱਕ ਵਾਰ ਫਿਰ ਵਿਸ਼ਵਾਸ ਦਵਾਇਆ ਹੈ ਵੀ ਕੱਲ ਅਸੀਂ ਬੈਠਾਂਗੇ, ਤੁਹਾਡੇ ਨਾਲ ਮੀਟਿੰਗ ਕਰਾਂਗੇ, ਜਿਹਦੇ 'ਚ ਮਾਨਯੋਗ ਸੁਰੇਸ਼ ਕੁਮਾਰ ਜੀ ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਜੀ ਬੈਠਣਗੇ। ਪਰ ਠੀਕ ਹੈ, ਵਿਸ਼ਵਾਸ ਦਵਾਇਆ ਗਿਆ ਹੈ। ਅੱਜ ਅਸੀਂ ਅੱਗੇ ਨਹੀਂ ਹੁਣ ਵਧਾਂਗੇ, ਇੱਕ ਵਾਰੀ ਚੇਤਾਵਨੀ ਦੇ ਕੇ ਚੱਲੇ ਹਾਂ ਵੀ ਪਿੱਛੇ ਵੀ ਅਸੀਂ ਵੇਟ ਕਰਦੇ ਰਹੇ ਹਾਂ। ਪਿਛਲੇ 6 ਤਰੀਕ ਨੂੰ ਅਸੀਂ ਅੱਗੇ ਵਧੇ ਸੀ, ਜੋ ਹਾਲਾਤ ਪੈਦਾ ਹੋਏ ਸੀ ਤੁਸੀਂ ਵੇਖ ਹੀ ਰਿਹਾ ਸੀ। ਪਰ ਅਸੀਂ ਇੱਕ ਵਾਰ ਫਿਰ ਇਹਨਾਂ ਦੇ ਵਿਸ਼ਵਾਸ ਕਰਕੇ ਚੱਲੇ ਹਾਂ। ਜੇਕਰ ਕੱਲ ਨੂੰ ਮੀਟਿੰਗ ਕਰਨ ਲੱਗੇ ਨੇ, ਜੇ ਨਹੀਂ ਉਹਦੇ 'ਚ ਕੋਈ ਹੱਲ ਕੱਢਣਗੇ, ਫਿਰ ਜਦੋਂ ਅਗਲੀ ਵਾਰ ਆਵਾਂਗੇ ਫਿਰ ਵੱਡੇ ਰੂਪ ਦੇ ਵਿੱਚ ਆਵਾਂਗੇ, ਫਿਰ ਕੋਈ ਗੱਲਬਾਤ ਨਹੀਂ ਕਰਾਂਗੇ, ਫਿਰ ਬੈਰੀਕੇਡ ਪੜਦੇ ਮੁੱਖ ਮੰਤਰੀ ਨਿਵਾਸ ਤੱਕ ਜਾਵਾਂਗੇ। ਤੁਹਾਡੀ ਪਹਿਲਾਂ ਵੀ ਮੀਟਿੰਗਾਂ ਹੋਈਆਂ, ਗੱਲਬਾਤ ਹੋਈਆਂ, ਪਹਿਲਾਂ ਵੀ ਚਿੱਠੀਆਂ ਦੋ ਚੱਲਿਆ, ਹੱਲ ਨਹੀਂ ਹੋਇਆ। 36 ਦਿਨ ਹੋ ਗਏ ਨੇ ਅੱਜ, ਲੱਗਦਾ ਕਿ ਕੱਲ ਦੀ ਮੀਟਿੰਗ 'ਚ ਕੋਈ ਮਸਲਾ ਹੱਲ ਹੋਊਗਾ? ਵੇਖੋ ਜੀ, ਹੱਲ ਤਾਂ ਨਹੀਂ ਹੋ ਸਕਦਾ, ਕਿਉਂਕਿ ਕਾਰਨ ਕੀ ਹੈ, ਜੋ ਇਹਨਾਂ ਦਾ ਕਾਟੋਕਲੇ ਚੱਲੀ ਜਾਂਦਾ, ਆਪਸ ਦੇ ਵਿੱਚ ਲੜਾਈ ਝਗੜਾ ਚੱਲੀ ਜਾਂਦਾ, ਉੱਥੋਂ ਤਾਂ ਇਹ ਗੱਲ ਕਲੀਅਰ ਹੋ ਗਈ ਵੀ ਅਜੇ ਤੱਕ ਤਾਂ ਜਿਹੜੀ ਲੜਾਈ ਆ ਕੁਰਸੀ ਦੀ ਰਹਿ ਗਈ ਆ। ਮੁੱਖ ਮੰਤਰੀ ਤੇ ਸਿੱਧੂ ਦੇ ਬਿਆਨ ਬਨਾਮ ਦੋਨਾਂ ਦੇ ਵਿੱਚ ਮੇਨ ਤਾਂ ਕੰਮ ਇਹਨਾਂ ਦਾ ਕੁਰਸੀ ਤੱਕ ਦਾ ਰਹਿ ਗਿਆ। ਅਜੇ ਅਧਿਆਪਕਾਂ ਪ੍ਰਤੀ ਜਾਂ ਆਮ ਲੋਕਾਂ ਜਾਂ ਵਰਗ ਪ੍ਰਤੀ ਇਹ ਇੰਨੇ ਸੁਚੇਤ ਨਹੀਂ ਹੈਗੇ। ਪਰ ਅਸੀਂ ਇਹ ਗੱਲ ਕਵਾਂਗੇ, ਸਾਡਾ ਧਰਨਾ ਅੱਜ 36ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਧਰਨਾ ਕੰਟੀਨਿਊ ਜਾਰੀ ਰਹੂਗਾ। ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਊਗਾ। ਇਹਨਾਂ ਦੇ ਕੋਈ ਵੀ ਪ੍ਰੋਗਰਾਮ ਹੋਣਗੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ, ਤਾਂ ਇਹਨਾਂ ਨੂੰ ਸਟੇਜਾਂ ਤੇ ਬੋਲਣ ਨਹੀਂ ਦਿੱਤਾ ਜਾਊਗਾ ਜਿੰਨਾ ਸਮਾਂ ਕੱਚੇ ਅਧਿਆਪਕਾਂ ਦਾ ਹੱਲ ਪੱਕਾ ਨਹੀਂ ਕਰਦੇ। ਮੀਟਿੰਗ ਵਿੱਚ ਕੱਲ ਕੌਣ ਬੈਠਣਗੇ, ਕੀ ਫੈਸਲੇ ਉਹ 'ਚ ਹੋਣਗੇ, ਕੀ ਲੱਗਦਾ ਉਸੇ ਮੀਟਿੰਗ ਦੇ ਵਿੱਚ ਕੈਬਨਿਟ ਦਾ ਕੋਈ ਰਸਤਾ ਨਿਕਲੂਗਾ? ਜੋ ਤੁਸੀਂ ਡਿਮਾਂਡ ਰੱਖਦੇ ਹੋ ਵੀ ਕੈਬਨਿਟ ਬੁਲਾਓ, ਉਸੇ ਸਾਡੇ ਮਸਲੇ ਹੱਲ ਕਰੋ, ਕੌਣ ਮੀਟਿੰਗ ਵਿੱਚ ਕੱਲ ਹੋਣਗੇ? ਕੱਲ ਜੀ ਮਾਨਯੋਗ ਸੁਰੇਸ਼ ਕੁਮਾਰ ਜੀ ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਤੇ ਫਾਈਨਾਂਸ ਸੈਕਟਰੀ ਸਾਹਿਬ ਬੈਠਣ ਦੇ, ਜੋ ਹੁਣ ਤੱਕ ਇਹਨਾਂ ਦੱਸਿਆ ਗਿਆ ਹੈ। ਜੇ ਕੱਲ ਨੂੰ ਕੋਈ ਇਹਨਾਂ ਦੇ ਵਿੱਚ ਗੈਰ ਹਾਜ਼ਰ ਹੁੰਦਾ ਜਾਂ ਇੱਕ ਹੋਰ ਨੁਮਾਇੰਦਾ ਵਾਧਾ ਤਾਂ ਉਹ ਸਮੇਂ ਤੇ, ਪਰ ਸਾਡੇ ਦੁਆਰਾ ਜਿਹੜੀ 5 ਮੈਂਬਰੀ ਕਮੇਟੀ ਸਾਡੀ ਅਧਿਆਪਕਾਂ ਦੀ, ਇਹਨਾਂ ਨਾਲ ਸਰਕਾਰ ਨਾਲ ਗੱਲਬਾਤ ਕਰੇਗੀ। ਅਸੀਂ ਅੱਜ ਵੀ ਉਸੇ ਦੀ ਮੰਗ ਤੇ ਖੜੇ ਹੋਏ ਹਾਂ ਕਿ ਕੱਚੇ ਅਧਿਆਪਕਾਂ ਨਾਲ ਜੋ ਵਾਅਦਾ ਕੀਤਾ 13,000 ਦੇ ਕਰੀਬ ਅਧਿਆਪਕਾਂ ਨੂੰ ਸਰਕਾਰ ਬਿਨਾਂ ਸ਼ਰਤ ਪੱਕੇ ਕਰੇ ਤੇ ਆਪਦਾ ਵਾਅਦਾ ਪੂਰਾ ਕਰੇ। ਜੇ ਕੱਲ ਮੀਟਿੰਗ ਵਿੱਚ ਹੱਲ ਨਹੀਂ ਨਿਕਲਿਆ, ਜੇ ਅੱਗੇ ਕੋਈ ਗੱਲਬਾਤ ਨਹੀਂ ਹੁੰਦੀ, ਫਿਰ ਚੰਡੀਗੜ੍ਹ ਦਾ ਘਿਰਾਓ ਕਰੋਗੇ? ਬਿਲਕੁਲ ਜੀ, ਉਸੇ ਸਮੇਂ ਐਲਾਨ ਕੀਤਾ ਜਾਊਗਾ ਅਗਲੇ ਐਕਸ਼ਨ ਦਾ। ਤਾਂ ਫਿਰ ਮੁੱਖ ਮੰਤਰੀ ਨਿਵਾਸ ਨੂੰ ਜਾਇਆ ਜਾਊਗਾ, ਫਿਰ ਵੱਡੇ ਕਾਫਲੇ ਦੇ ਵਿੱਚ ਆਵਾਂਗੇ ਜਿੰਦੇ ਵਿੱਚ ਪੰਜਾਬ ਦੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਿਆ ਜਾਊਗਾ। ਤੇ ਸਾਰੀ ਗੱਲਬਾਤ ਸੁਣੀ ਹੈ, ਚਿੱਠੀ ਆ ਗਈ, ਚਿੱਠੀ ਦੇ ਵਿੱਚ ਕੱਲ ਦੀ ਮੀਟਿੰਗ ਤੈਅ ਕੀਤੀ ਗਈ ਹੈ। ਮੀਟਿੰਗ ਕੱਲ ਦੀ ਤੈਅ ਕੀਤੀ ਗਈ ਹੈ ਕਿ ਕੱਲ ਦੀ ਮੀਟਿੰਗ ਵਿੱਚ ਕੋਈ ਹੱਲ ਨਿਕਲ ਜੂਗਾ। ਚੰਡੀਗੜ੍ਹ ਪ੍ਰਸ਼ਾਸਨ ਇੱਕ ਪਾਸੇ ਸੀ ਤਾਂ ਦੂਸਰੇ ਪਾਸੇ ਅਧਿਆਪਕ ਸੀ। ਅਧਿਆਪਕਾਂ ਨੇ ਕਹਿ ਦਿੱਤਾ ਸੀ ਕਿ ਜਦ ਤੱਕ ਸਾਨੂੰ ਕੋਈ ਲਿਖਤੀ ਨਹੀਂ ਆਊਗੀ ਚਿੱਠੀ ਤੇ ਅਸੀਂ ਨਹੀਂ ਉੱਠਾਂਗੇ। ਦੂਸਰੇ ਪਾਸੇ ਅਧਿਆਪਕਾਂ ਨੂੰ ਵਾਪਸ ਜਾ ਰਹੇ ਨੇ ਜੋ ਚਿੱਠੀ ਦੇ ਵਿੱਚ ਆ ਗਿਆ ਵੀ ਕੱਲ ਦੀ ਮੀਟਿੰਗ ਤੈਅ ਕੀਤੀ ਗਈ। ਹੁਣ ਦੇਖਾਂਗੇ ਵੀ ਕੱਲ ਦੀ ਮੀਟਿੰਗ ਤੋਂ ਬਾਅਦ ਕੋਈ ਸਿੱਟਾ ਨਿਕਲੂਗਾ। ਜੇ ਕੋਈ ਅਧਿਆਪਕਾਂ ਦਾ ਸਿੱਟਾ ਨਹੀਂ ਨਿਕਲਦਾ ਤਾਂ ਫਿਰ ਕਹਿ ਰਹੇ ਨੇ ਕਿ ਚੰਡੀਗੜ੍ਹ ਵੱਲ ਨੂੰ ਕੂਚ ਕਰਨਗੇ। ਤਾਂ ਮੰਗਾਂ ਨੂੰ ਲੈ ਕੇ ਅੱਜ 36ਵਾਂ ਦਿਨ ਸੀ ਅਧਿਆਪਕਾਂ ਦਾ। ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਦੀ ਬਿਲਡਿੰਗ ਦੇ ਬਾਹਰ ਬੈਠੇ ਹੋਏ ਸੀ। ਹੁਣ ਦੇਖਾਂਗੇ ਜੋ ਕਾਂਗਰਸ ਦੇ ਵਿੱਚ ਆਪਸ 'ਚ ਕਾਟੋ ਕਲੇਸ਼ ਚੱਲਿਆ ਹੋਇਆ ਹੈ, ਉਸ ਦੇ ਮੱਦੇਨਜ਼ਰ ਜਾਂ ਉਸ ਨੂੰ ਲੈ ਕੇ ਕੋਈ ਕੈਬਨਿਟ ਦੀ ਮੀਟਿੰਗ ਹੋ ਪਾਏਗੀ, ਕੋਈ ਸਿੱਟਾ ਨਿਕਲੂਗਾ ਕਿ ਇਸੇ ਤਰੀਕੇ ਨਾਲ ਹੀ ਅਧਿਆਪਕ ਪ੍ਰੋਟੈਸਟ ਕਰਦੇ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਵੱਲ ਨੂੰ ਕੂਚ ਕਰਨਗੇ। ਤਾਂ ਤੁਸੀਂ ਪੰਜਾਬ ਨਿਊਜ਼ ਦੇ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।